ਸਤਿ ਸ਼੍ਰੀ ਅਕਾਲ, ਸਵਾਗਤ ਹੈ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਤੁਹਾਡਾ ਨਾਮ ਭੁੱਲਰਜੀਤ ਸਿੰਘ ਤੇ ਬੁਲਟਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਸਾਨਾਂ ਦੇ ਜ਼ਬਰਦਸਤ ਪ੍ਰਦਰਸ਼ਨ ਦੀ। ਹਰਿਆਣਾ ਦੇ ਵਿੱਚ ਕਿਸਾਨਾਂ ਦਾ ਜ਼ਬਰਦਸਤ ਪ੍ਰਦਰਸ਼ਨ ਜਾਰੀ ਹੈ। ਕਰਨਾਲ ਦੇ ਵਿੱਚ ਕਿਸਾਨਾਂ ਦੇ ਵੱਲੋਂ ਸੀਐਮ ਰਿਹਾਇਸ਼ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਕਿਸਾਨਾਂ ਨੇ ਗੇਟਸ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਔਰ ਪੁਲਿਸ ਨੇ ਕਿਸਾਨਾਂ ਉੱਤੇ ਵਾਟਰ ਕੈਨਨ ਦਾ ਇਸਤੇਮਾਲ ਵੀ ਕੀਤਾ। ਤਾਂ ਕੁਰੂਕਸ਼ੇਤਰ ਦੇ ਵਿੱਚ ਬੀਜੇਪੀ ਵਿਧਾਇਕ ਸੁਭਾਸ਼ ਸੁਦਾ ਦੇ ਘਰ ਦੇ ਬਾਹਰ ਇਹ ਪ੍ਰਦਰਸ਼ਨ ਹੋ ਰਿਹਾ ਔਰ ਰਿਹਾਇਸ਼ ਘੇਰਨ ਪਹੁੰਚੇ ਸੀ ਕਿਸਾਨਾਂ ਦੀ, ਜਿੱਥੇ ਪੁਲਿਸ ਦੇ ਨਾਲ ਝੜਪ ਵੀ ਹੋਈ। ਤਾਂ ਅੱਜ ਕਿਸਾਨਾਂ ਦੇ ਵੱਲੋਂ ਜਿਹੜਾ ਹਰਿਆਣਾ ਦੇ ਵਿੱਚ ਬੀਜੇਪੀ ਦੇ ਲੀਡਰਾਂ ਦੇ ਬੀਜੇਪੀ ਦੇ ਵਿਧਾਇਕਾਂ ਦੇ ਰਿਹਾਇਸ਼ ਦਾ ਘਿਰਾਓ ਕੀਤਾ ਜਾ ਰਿਹਾ, ਉਸ ਦੇ ਚੱਲਦੇ ਸੀਐਮ ਰਿਹਾਇਸ਼ ਦਾ ਘਿਰਾਓ ਕਰਨ ਪਹੁੰਚੇ ਸੀ ਕਿਸਾਨ, ਜਿੱਥੇ ਪੁਲਿਸ ਦੇ ਨਾਲ ਉਹਨਾਂ ਦੀ ਝੜਪ ਵੀ ਹੋਈ। ਕਿਸਾਨਾਂ ਨੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਨੇ ਕਿਸਾਨਾਂ ਦੇ ਉੱਪਰ ਵਾਟਰ ਕੈਨਨਾਂ ਚਲਾ ਦਿੱਤੀਆਂ, ਇਸਤੇਮਾਲ ਕੀਤਾ ਗਿਆ ਵਾਟਰ ਕੈਨਨਾਂ ਦਾ। ਔਰ ਕੁਰੂਕਸ਼ੇਤਰ ਦੇ ਵਿੱਚ ਵੀ ਬੀਜੇਪੀ ਵਿਧਾਇਕ ਸੁਭਾਸ਼ ਸੁਦਾ ਦੇ ਘਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕਿਸਾਨਾਂ ਵੱਲੋਂ ਕੀਤਾ ਗਿਆ ਹੈ। ਰਿਹਾਇਸ਼ ਘੇਰਨ ਪਹੁੰਚੇ ਕਿਸਾਨਾਂ ਦੀ ਇੱਥੇ ਪੁਲਿਸ ਦੇ ਨਾਲ ਝੜਪ ਵੀ ਹੋਈ ਹੈ। ਮੌਕੇ ਉੱਤੇ ਪੁਲਿਸ ਅਤੇ ਸੀਆਰਪੀਐਫ ਦੇ ਜਵਾਨ ਵੀ ਮੌਜੂਦ ਨੇ। ਤਾਂ ਝੋਨੇ ਦੀ ਸਰਕਾਰੀ ਖਰੀਦ ਵਿੱਚ ਦੇਰੀ ਕਰਕੇ ਗੁੱਸੇ ਵਿੱਚ ਨੇ ਕਿਸਾਨ ਔਰ ਹਰਿਆਣਾ ਸਮੇਤ ਪੰਜਾਬ ਦੇ ਵਿੱਚ ਵੀ ਅੱਜ ਕਿਸਾਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਜਾਰੀ ਔਰ ਝੋਨੇ ਦੀ ਖਰੀਦ ਦੇਰੀ ਨਾਲ ਕਰਨ ਦੇ ਜਿਹੜੇ ਇਲਜ਼ਾਮਾਂ ਦੇ ਤਹਿਤ ਅੱਜ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ। ਤਾਂ ਹਰਿਆਣਾ ਦੀਆਂ ਦੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ। ਪਹਿਲੀ ਤਸਵੀਰ ਸੀਐਮ ਦੀ ਰਿਹਾਇਸ਼ ਦੇ ਨੇੜੇ ਕਿਸਾਨਾਂ ਦੇ ਵੱਲੋਂ ਹੰਗਾਮਾ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਹੱਥ ਪਹੁੰਚਾਉਂਦਿਆਂ ਵਾਟਰ ਕੈਨਨ ਚਲਾ ਦਿੱਤੀਆਂ ਔਰ ਸੱਜੇ ਪਾਸੇ ਦੂਸਰੀ ਤਸਵੀਰ ਕੁਰੂਕਸ਼ੇਤਰ ਜਿੱਥੇ ਬੀਜੇਪੀ ਵਿਧਾਇਕ ਦੇ ਘਰ ਦਾ ਘਿਰਾਓ ਕਰਨ ਪਹੁੰਚੇ ਸੀ ਕਿਸਾਨ, ਜਿੱਥੇ ਪੁਲਿਸ ਦੇ ਨਾਲ ਉਹਨਾਂ ਦੀ ਝੜਪ ਵੀ ਹੋਈ। धान की खरीद शुरू नहीं होती है, किसानों में गुस्सा बढ़ जाता है, जिसके बाद किसान ऐलान कर देते हैं कि बीजेपी नेताओं के घरों का घेराव किया जाएगा। और इस समय किसान बैठे हैं सीएम आवास के बाहर। सुरक्षा बल यहाँ पर तैनात है, अतिरिक्त सुरक्षा बल भी यहाँ पर तैनात किया गया है। किसानों से हम बात कर लेते हैं। धान की खरीद शुरू नहीं होती है, जिसके बाद आप यहाँ पहुँच जाते हैं धरना देने के लिए। देखो, गुरनाम सिंह चडूनी जी के देश थे बीजेपी एमएलए मंत्रियों कर घेरने। यहाँ सीएम का घर था करनाल में। कल ही अनाउंसमेंट कर दी थी हमारी खरीद चालू कर दो, नहीं तो हमारा जो गुस्सा है इसको समझ लो, हम रुकने वाले नहीं है, अपनी खरीद चालू करवा के छोड़ेंगे, नहीं पीछे नहीं हटेंगे। धान की खरीद शुरू होनी चाहिए। यहीं पर किसानों की तरफ से दरियां लगा दी गई हैं, यहीं पर धरना प्रदर्शन शुरू हो गया है। दूसरी तरफ ट्रैक्टर ट्रॉली किसानों की आप देख सकते हैं धान की यहाँ पर पहुंच गई है, यहीं पर इसे उतारा जाएगा। बैरिकेड्स लगाए गए थे, वाटर कैनन का थोड़ा इस्तेमाल होता है, लेकिन उसके बावजूद किसान आगे पहुंच जाते हैं और सीएम आवास के बाहर यहाँ पर धरना दे रहे हैं। अतिरिक्त सुरक्षा बल यहाँ पर तैनात है, पुलिस बल यहाँ पर तैनात है और किसानों की एक ही मांग है कि जल्द से जल्द धान की खरीद शुरू होनी चाहिए। और अगर धान की खरीद शुरू नहीं होती है तो इसी तरीके से धरना आगे भी जारी रहेगा। ਤਾਂ ਦੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਰਨਾਲ ਤੇ ਕੁਰੂਕਸ਼ੇਤਰ, ਜਿੱਥੇ ਕਿ ਕਿਸਾਨਾਂ ਦੇ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪਹਿਲੀ ਤਸਵੀਰ ਸੀਐਮ ਕਰਨਾਲ ਦੇ ਵਿੱਚ ਸਥਿਤ ਮਕਾਨ ਜਿਹੜਾ ਉਹਨਾਂ ਦੀ ਰਿਹਾਇਸ਼ ਆ ਉਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਕਿ ਪੁਲਿਸ ਨੇ ਰੋਕਣ ਦੇ ਯਤਨ ਕੀਤਾ। ਪਰ ਜਿੱਦਾਂ ਹੀ ਕਿਸਾਨ ਅੱਗੇ ਵਧ ਰਹੇ ਨੇ ਤਾਂ ਪੁਲਿਸ ਦੇ ਵੱਲੋਂ ਉੱਥੇ ਸੁਰੱਖਿਆ ਦੇ ਲਿਹਾਜ਼ ਦੇ ਨਾਲ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ। ਔਰ ਸੱਜੇ ਪਾਸੇ ਦੂਸਰੀ ਤਸਵੀਰ ਕੁਰੂਕਸ਼ੇਤਰ ਦੇ, ਜਿੱਥੇ ਪੁਲਿਸ ਦੇ ਨਾਲ ਝੜਪ ਵੀ ਹੋਈ ਹੈ ਕਿਸਾਨਾਂ ਦੀ। ਬੀਜੇਪੀ ਵਿਧਾਇਕ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਸੀ ਕਿਸਾਨ, ਤਾਂ ਦੇਰੀ ਨਾਲ ਜਿਹੜੇ 10 ਦਿਨ ਦੀ ਦੇਰੀ ਕੀਤੀ ਗਈ ਹੈ ਧਾਨ ਦੀ ਫਸਲ ਦੀ, ਜਿਹੜੀ ਕੇਂਦਰ ਸਰਕਾਰ ਦੇ ਵੱਲੋਂ ਉਸ ਦੇ ਵਿਰੋਧ ਦੇ ਵਿੱਚ ਅੱਜ ਹਰਿਆਣਾ ਦੇ ਵਿੱਚ ਔਰ ਨਾਲ ਪੰਜਾਬ ਦੇ ਵਿੱਚ ਵੀ ਕਿਸਾਨਾਂ ਦੇ ਵੱਲੋਂ ਹੱਲਾ ਬੋਲ ਜਾਰੀ। ਔਰ ਸਾਰੇ ਹੀ ਵਿਧਾਇਕਾਂ ਦੇ ਜਿਹੜੀ ਰਿਹਾਇਸ਼ਾਂ ਦਾ ਘਿਰਾਓ ਕਰਨ ਦਾ ਜਿਹੜਾ ਇੱਕ ਪ੍ਰੋਗਰਾਮ ਲਿਖਿਆ ਗਿਆ ਸੀ, ਉਸ ਦੇ ਤਹਿਤ ਕਰਨਾਲ ਤੇ ਕੁਰੂਕਸ਼ੇਤਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਕਰਨਾਲ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਪਹੁੰਚ ਰਹੇ ਸਨ ਕਿਸਾਨ। ਵੱਡੀ ਗਿਣਤੀ ਵਿੱਚ ਕਿਸਾਨ ਉੱਤੇ ਇਕੱਠੇ ਹੋਏ ਸੀ, ਪਰ ਪੁਲਿਸ ਦੇ ਵੱਲੋਂ ਉਹਨਾਂ ਦੇ ਉੱਪਰ ਵਾਟਰ ਕੈਨਨ ਚਲਾ ਕੇ ਉਹਨਾਂ ਨੂੰ ਉਸ ਥਾਂ ਤੋਂ ਪਰੇ ਕੀਤਾ ਗਿਆ। ਔਰ ਇਸ ਮੌਕੇ ਕਿਸਾਨਾਂ ਦੇ ਵੱਲੋਂ ਵੀ ਬੈਰੀਕੇਡ ਤੋੜਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਗਈ। ਔਰ ਦੂਸਰੀ ਤਸਵੀਰ ਸੱਜੇ ਪਾਸੇ, ਜਿੱਥੇ ਕਿ ਕਿਸਾਨਾਂ ਦੇ ਪੁਲਿਸ ਦੇ ਵਿਚਕਾਰ ਧੱਕਾ ਮੁੱਕੀ ਤੇ ਝੜਪ ਦੇਖਣ ਨੂੰ ਮਿਲੀ, ਜਿੱਥੇ ਕਿ ਕਿਸਾਨ ਬੀਜੇਪੀ ਵਿਧਾਇਕ ਦੇ ਘਰ ਦਾ ਘਿਰਾਓ ਕਰਨ ਪਹੁੰਚੇ ਸੀ। ਤਾਂ ਝੋਨੇ ਦੀ ਖਰੀਦ ਦੇ ਵਿੱਚ ਦੇਰੀ ਉੱਪਰ ਕਿਸਾਨ ਭੜਕੇ ਹੋਏ ਨਜ਼ਰ ਆ ਰਹੇ ਨੇ ਔਰ ਉਹਨਾਂ ਦੇ ਵੱਲੋਂ ਅੱਜ ਰੋਸ ਮੁਜ਼ਾਹਰਾ सूबे भर दे विच कीता जा रहे और बीजेपी मिले ने प्रधानमंत्री नूं मिले ने उन्होंने गलबात करी है, लेकिन दबाव बनाउण अपना जिहड़ा भी बन सकता है। इस करके ये गलतियां तां सारियां केंद्र सरकार दियां ने, पर पंजाब सरकार की जिम्मेवारी असीं पंजाब 'च बैठे साडा फर्ज बनदा कि इन्हां नूं भी पुछिए। वोटां लोकां ने इन्हां नूं भी पाईआं ना, जेकर दुख सानूं कोई होऊगा ते दुख जाके दर्द सरकार नूं ही दसना हुंदा है। ये साडी
ਜ਼ਿੰਮੇਵਾਰੀ ਬਣਦੀ ਕਿ ਸਰਕਾਰ ਨੂੰ ਦੱਸੀਏ, ਸਰਕਾਰ ਨੂੰ ਦੱਸਣ ਵਾਸਤੇ ਪਹੁੰਚੇ ਆ। ਸਰਕਾਰ ਸੁਣਦੀ ਹੈ ਨਹੀਂ ਸੁਣਦੀ ਹੈ ਸਰਕਾਰ ਦਾ ਕੰਮ ਹੈ, ਸਾਡਾ ਕੰਮ ਹੈ ਰੋਣਾ ਇਹਨਾਂ ਦੇ ਅੱਗੇ ਆ ਕੇ, ਇਹਨਾਂ ਸੁਣਨਾ ਇਹਨਾਂ ਦਾ ਕੰਮ ਆ। ਉਹ ਸੁਣਾ ਕੇ ਜਾਵਾਂਗੇ ਜਿੰਨਾ ਚਿਰ ਸਾਡੇ ਜਿਹੜੇ ਸਾਡੀਆਂ ਮੰਗਾਂ ਨੇ ਮੰਨਦੇ ਨਹੀਂ ਉਹਨਾਂ ਚਿਰ ਅਸੀਂ ਇੱਥੇ ਬੈਠੇ ਰਹਾਂਗੇ ਧਰਨਾ ਲਾ ਕੇ, ਉਹਨੂੰ ਤਾਂ ਨਹੀਂ ਬਲਜੀਤ ਧਰਨਾ ਲਗਾਇਆ ਜਾ ਰਿਹਾ ਹੈ ਤਾਂ ਕਿਸਾਨ ਕਹਿ ਰਹੇ ਨੇ ਕਿ ਇੱਥੇ ਵੀ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਲੋਕਾਂ ਨੇ ਉਹਨਾਂ ਦੇ ਨੁਮਾਇੰਦਿਆਂ ਨੂੰ ਚੁਣਿਆ ਤਾਂ ਉਹਨਾਂ ਦੀ ਵੀ ਜਵਾਬਦੇਹੀ ਬਣਦੀ ਹੈ ਕਿ ਉਹ ਅੱਜ ਕਿਸਾਨਾਂ ਦੇ ਲਈ ਕਿਸ ਹੱਦ ਤੱਕ ਖੜੇ ਨੇ, ਉਹਨਾਂ ਦੀ ਵੀ ਜਵਾਬਦੇਹੀ ਬਰਾਬਰ ਦੀ ਬਣਦੀ ਹੈ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਹਰਿਆਣਾ ਜਿੱਥੇ ਕਿ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲ ਰਿਹਾ। ਕਰਨਾਲ ਦੇ ਵਿੱਚ ਸਥਿਤੀ ਜਿਹੜੀ ਆ ਉਹ ਤਣਾਅਪੂਰਨ ਬਣੀ ਹੋਈ ਆ। ਅੰਬਾਲਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਉਹਨਾਂ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਰਨਾਲ। ਤਾਂ ਅੰਬਾਲਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਬੈਰੀਕੇਡ ਤੋੜ ਦਿੱਤੇ ਗਏ ਨੇ। ਤਾਂ ਲਗਾਤਾਰ ਗੁੱਸਾ ਕਿਸਾਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਿਹੜੀ ਝੋਨੇ ਦੀ ਖਰੀਦ ਦੇ ਵਿੱਚ ਦੇਰੀ ਕੀਤੀ ਗਈ ਹੈ 10 ਦਿਨ ਦੀ, ਉਸ ਨੂੰ ਲੈ ਕੇ ਕਿਸਾਨ ਚਿੰਤਤ ਨੇ। ਉੱਪਰੋਂ ਮੌਸਮ ਵੀ ਜਿਹੜਾ ਹੈ ਉਹ ਕਿਸਾਨਾਂ ਦੇ ਉੱਪਰ ਭਾਰੂ ਪੈ ਰਿਹਾ। ਤਾਂ ਅਜਿਹੇ ਦੇ ਵਿੱਚ ਕਿਸਾਨਾਂ ਦੇ ਲਈ ਬੜੀ ਸਿਰਦਰਦੀ ਬਣੇ ਹੋਇਆ ਔਰ ਕੇਂਦਰ ਸਰਕਾਰ ਜਿਹੜਾ ਫਰਮਾਨ ਜਾਰੀ ਕੀਤਾ ਕਿ 10 ਦਿਨ ਤੱਕ ਜਿਹੜੀ 10 ਦਿਨ ਬਾਅਦ ਝੋਨੇ ਦੀ ਖਰੀਦ ਹੋਣੀ ਆ, ਤਾਂ ਉਸ ਨੂੰ ਲੈ ਕੇ ਅੱਜ ਹਰਿਆਣਾ ਤੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਔਰ ਲੀਡਰਾਂ ਦੇ ਜਿਹੜਾ ਘਰਾਂ ਦਾ ਉਹ ਘਿਰਾਓ ਕੀਤਾ ਜਾ ਰਿਹਾ। ਤਾਂ ਅੰਬਾਲਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਕਿ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸਾਨਾਂ ਦੇ ਵੱਲੋਂ। ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਸੀ, ਹਾਲਾਂਕਿ ਬੈਰੀਕੇਡ ਨੂੰ ਵੀ ਕਿਸਾਨਾਂ ਦੇ ਵੱਲੋਂ ਤੋੜ ਦਿੱਤਾ ਗਿਆ ਔਰ ਸੁਰੱਖਿਆ ਦੇ ਲਿਹਾਜ਼ ਦੇ ਨਾਲ ਵੀ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਭਾਰੀ ਸੁਰੱਖਿਆ ਬਲ ਤੈਨਾਤ ਕੀਤਾ ਗਿਆ। ਸਿੱਧਾ ਰੁਖ ਕਰਦੇ ਹਾਂ, ਸਾਡੇ ਸਹਿਯੋਗੀ ਹਿਮਾਂਸ਼ੂ ਨਾਰੰਗ ਜੁੜ ਰਹੇ ਨੇ ਕਰਨਾਲ ਤੋਂ। ਹਿਮਾਂਸ਼ੂ, ਜਿਵੇਂ ਕਿ ਪਹਿਲਾਂ ਵੀ ਤਸਵੀਰਾਂ ਅਸੀਂ ਦਿਖਾ ਰਹੇ ਸੀ ਕਿ ਹਰਿਆਣਾ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ, ਸੀਐਮ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਹਾਲਾਂਕਿ ਵਾਟਰ ਕੈਨ ਜਲਾ ਦਿੱਤਾ ਗਿਆ, ਪਰ ਇਸ ਵੇਲੇ ਤਾਜ਼ਾ ਹਾਲਾਤ ਕੀ ਨੇ? बिल्कुल बुलर जी, मैं तस्वीर बताना चाहूंगा करनाल की। सीएम आवास के बाहर किसान धरने पर बैठ गए हैं और दरी यहाँ पर बिछा ली गई है। लंगर व्यवस्था भी किसानों की तरफ से यहाँ पर शुरू हो गई है। धान की ट्रॉलियां लेकर किसान यहाँ पर पहुंचे हैं। फिलहाल एक ट्रॉली यहाँ पर पहुंची है, लेकिन किसानों का ये कहना है कि अगर उनकी मांगे नहीं मानी गई तो वो और ट्रॉलियां लेकर भी यहाँ पर पहुंच सकते हैं। मुद्दा सबसे बड़ा यही है कि धान की खरीद शुरू नहीं हुई है। किसान कल भी मार्केट कमेटी के दफ्तर के बाहर लगातार प्रदर्शन कर रहे थे और आह्वान किया गया था, ऐलान किया गया था कि अगर धान की खरीद शुरू नहीं होगी तो फिर किसान लगातार परेशान हो रहा है। और उसके चलते जो सभी बीजेपी के नेता हैं, विधायक हैं, जेजेपी के नेता हैं, विधायक हैं, उनके घर का घेराव किया जाएगा। करनाल से ही मुख्यमंत्री मनोहर लाल खट्टर विधायक हैं, इसलिए प्रेमनगर में उनका आवास पड़ता है। वहां पर किसान पहुंचते हैं। जब पहुंचते हैं तो वहां पर बल भी तैनात था, अतिरिक्त सुरक्षा बल भी तैनात था, वाटर कैनन की गाड़ी भी लगाई गई थी, आंसू गैस की गाड़ी भी वहां पर लगाई गई थी। लेकिन शुरुआत में एक तरफ के जो किसान पैदल आ रहे थे वो एक तरफ के बैरिकेड हटाते हैं और एक जो ट्रॉली किसानों की थी, ट्रॉली, वो बैरिकेड्स को हटाने का प्रयास करती है। दोनों तरफ से किसान बैरिकेड्स हटाने के लिए लग जाते हैं। उसी दौरान 25 से 30 के ये वाटर कैनन का भी इस्तेमाल होता है और बैरिकेड तोड़ते हुए किसान आगे बढ़ जाते हैं। और सीएम आवास के बाहर जो धरना प्रदर्शन है किसानों का, दरी बिछाकर वो शुरू हो गया है। सबसे बड़ी एक बात ये है कि लाठीचार्ज का इस्तेमाल नहीं हुआ है। ये एक अच्छी बात रही, क्योंकि पिछली बार जब लाठीचार्ज का इस्तेमाल हुआ था तो उसका खामियाजा सरकार प्रशासन दोनों को भुगतना पड़ा था। ऐसी गलती प्रशासन और सरकार दोबारा नहीं करना चाहते थे। वहीं दूसरी तरफ मौसम लगातार खराब होता हुआ नजर आ रहा है। कभी धूप निकल जाती है, कभी बादल छा जाते हैं और अगर बारिश हो जाती है तो उसका पूरा खामियाजा किसानों को भुगतना पड़ेगा। तो मौसम भी बदलिया होया नजर आ रहा है फिलहाल ਦੇ ਲਈ। ਹਿਮਾਂਸ਼ੂ, ਬਹੁਤ ਬਹੁਤ ਧੰਨਵਾਦ। ਪਰ ਲਗਾਤਾਰ ਤੁਸੀਂ ਬਣ ਰਹੋ, ਥੋੜੀ ਦੇਰ ਬਾਅਦ ਫਿਰ ਤੁਹਾਡੇ ਕੋਲ ਆਵਾਂਗੇ ਤੇ ਦੱਸਾਂਗੇ ਕਿ ਕਰਨਾਲ ਦੇ ਵਿੱਚ ਸੀਐਮ ਦੀ ਰਿਹਾਇਸ਼ ਹਰਿਆਣਾ ਦੇ ਮੁੱਖ ਮੰਤਰੀ ਦਾ, ਉੱਥੇ ਕੀ ਤਾਜ਼ਾ ਹਾਲਾਤ ਨੇ। ਫਿਲਹਾਲ ਧੰਨਵਾਦ। ਸਿੱਧਾ ਚੱਲਦੇ ਹਾਂ, ਸਾਡੇ ਸਹਿਯੋਗੀ ਸਾਡੇ ਨਾਲ ਇਸ ਵੇਲੇ ਰਾਜੀਵ ਸ਼ਰਮਾ ਜਿਹੜੇ ਕਿ ਅੰਮ੍ਰਿਤਸਰ ਜੁੜ ਰਹੇ ਨੇ, ਓਪੀ ਸੋਨੀ ਦੇ ਡਿਪਟੀ ਸੀਐਮ ਉਹਨਾਂ ਦੀ ਰਿਹਾਇਸ਼ ਤੋਂ, ਔਰ ਦੂਸਰੇ ਪਾਸੇ ਉਮੇਸ਼ ਸ਼ਰਮਾ ਜਿਹੜੇ ਕਿ ਖਰੜ ਤੋਂ ਜੁੜ ਰਹੇ ਨੇ ਲਾਈਵ। ਤਾਂ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਪੰਜਾਬ ਦੇ ਵਿੱਚ ਹਰਿਆਣਾ ਤੋਂ ਬਾਅਦ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਨੇ। ਸਿੱਧਾ ਚੱਲਦੇ ਸਾਡੇ ਸਹਿਯੋਗੀ ਗਰਾਊਂਡ ਜ਼ੀਰੋ ਦੇ ਉੱਪਰ ਮੌਜੂਦ ਨੇ। ਅਮਿਤ
ਉਮੇਸ਼ ਸ਼ਰਮਾ ਖਰੜ ਤੋਂ ਔਰ ਜਦਕਿ ਰਾਜੀਵ ਸ਼ਰਮਾ ਓਪੀ ਸੋਨੀ ਜਿਹੜੇ ਕਿ ਡਿਪਟੀ ਸੀਐਮ ਨੇ ਪੰਜਾਬ ਦੇ, ਉਹਨਾਂ ਦੀ ਰਿਹਾਇਸ਼ ਦੇ ਬਾਹਰ ਨੇ। ਸਭ ਤੋਂ ਪਹਿਲਾਂ ਚੱਲਦੇ ਹਾਂ ਅੰਮ੍ਰਿਤਸਰ। ਰਾਜੀਵ, ਤਾਂ ਜਿਵੇਂ ਕਿ ਹਰਿਆਣਾ ਦੇ ਵਿੱਚ ਅਸੀਂ ਤਸਵੀਰਾਂ ਦਿਖਾਈ ਦਰਸ਼ਕਾਂ ਨੂੰ, ਹਰਿਆਣਾ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕਿਸਾਨਾਂ ਦੇ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਔਰ ਵਜ੍ਹਾ ਉਸ ਦੀ ਇਹੀ ਹੈ ਕਿ ਜਿਹੜੀ ਦੇਰੀ ਕੀਤੀ ਗਈ ਹੈ ਝੋਨੇ ਦੀ ਖਰੀਦ ਨੂੰ ਲੈ ਕੇ। ਔਰ ਕਿਸਾਨਾਂ ਨੇ ਗੱਲ ਹੋਰ ਵੀ ਸਾਫ਼ ਕੀਤੀ ਹੈ ਕਿ ਨਾ ਕੇਵਲ ਹਰਿਆਣਾ ਦੇ ਵਿੱਚ ਬਲਕਿ ਪੰਜਾਬ ਦੇ ਵਿੱਚ ਕਾਂਗਰਸੀ ਵਿਧਾਇਕਾਂ ਦਾ ਵੀ ਘਿਰਾਓ ਕੀਤਾ ਜਾ ਰਿਹਾ। ਤਾਂ ਅੰਮ੍ਰਿਤਸਰ ਦੇ ਵਿੱਚ ਕਿਸ ਤਰੀਕੇ ਦਾ ਨਜ਼ਾਰਾ? ਜੀ ਹਾਂ, ਬਿਲਕੁਲ ਜਿਸ ਤਰੀਕੇ ਦੇ ਨਾਲ ਹਰਿਆਣੇ ਦੇ ਵਿੱਚ ਕਿਸਾਨਾਂ ਵੱਲੋਂ ਮੁੱਖ ਮੰਤਰੀ ਦਾ ਘਿਰਾਓ ਕੀਤਾ ਜਾ ਰਿਹਾ, ਤਾਂ ਪੰਜਾਬ ਦੇ ਵਿੱਚ ਵੀ ਕਿਸਾਨਾਂ ਵੱਲੋਂ, ਕਿਉਂਕਿ ਕੱਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਭਰ ਦੇ ਜਿੰਨੇ ਵੀ ਵਿਧਾਇਕ ਨੇ ਉਹਨਾਂ ਦੇ ਘਰਾਂ ਦੇ ਬਾਹਰ ਕਿਸਾਨ ਜੋ ਨੇ ਉਹ ਘਿਰਾਓ ਕਰਨਗੇ। ਤਾਂ ਪੰਜਾਬ ਦੇ ਜੋ ਡਿਪਟੀ ਸੀਐਮ ਜਿਨ੍ਹਾਂ ਨੂੰ ਬਣਾਇਆ ਗਿਆ ਓਮ ਪ੍ਰਕਾਸ਼ ਸੋਨੀ, ਉਹਨਾਂ ਦੀ ਜੋ ਕੋਠੀ ਹੈ ਅੰਮ੍ਰਿਤਸਰ ਦੇ ਵਿੱਚ ਨਿੱਜੀ ਜਿਹੜੀ ਰਿਹਾਇਸ਼ ਹੈ, ਉਸ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜੋ ਨੇ ਉਹ ਇਕੱਤਰ ਹੋਏ ਨੇ। ਹਾਲਾਂਕਿ ਅੱਗੇ ਜਾਣਾ ਚਾਹੁੰਦੇ ਸੀ ਪਰ ਪੁਲਿਸ ਵੱਲੋਂ ਬੈਰੀਕੇਡਿੰਗ ਜਿੱਥੇ ਕੀਤੀ ਗਈ ਹੈ ਉੱਥੇ ਹੀ ਇਹ ਕਿਸਾਨ ਜੋ ਹੈ ਸ਼ਾਂਤਮਈ ਢੰਗ ਦੇ ਨਾਲ ਇਹਨਾਂ ਵੱਲੋਂ ਆਪਣਾ ਜਿਹੜਾ ਵਿਰੋਧ ਉਹ ਜਤਾਇਆ ਜਾ ਰਿਹਾ। ਤਾਂ ਕਿਸਾਨ ਆਗੂਆਂ ਦੇ ਨਾਲ ਵੀ ਅਸੀਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ, ਕਿਉਂਕਿ ਸਭ ਤੋਂ ਵੱਡੀ ਵਜ੍ਹਾ ਇਹੀ ਦੱਸੀ ਜਾ ਰਹੀ ਹੈ ਕਿ ਜਿਹੜੀ ਝੋਨੇ ਦੀ ਸਰਕਾਰੀ ਖਰੀਦ ਆ ਉਸ ਦੇ ਵਿੱਚ ਦੇਰੀ ਕੀਤੀ ਜਾ ਰਹੀ ਹੈ। ਤੁਸੀਂ ਅੱਜ ਇੱਥੇ ਇਕੱਤਰ ਹੋਏ ਹੋ, ਹਰਿਆਣੇ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਸਰਕਾਰ ਦੇ ਖਿਲਾਫ ਵਿਰੋਧ ਜਤਾਇਆ ਜਾ ਰਿਹਾ, ਕਾਰਨ ਕੀ ਹੈ? ਵੇਖੋ ਜੀ, ਹਰ ਵਾਰ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕੀਤੀ ਜਾਂਦੀ ਹੈ, ਕਾਗਜ਼ਾਂ ਵਿੱਚ ਸ਼ੁਰੂ ਹੋ ਜਾਂਦੀ ਹੈ, ਕਦੇ ਸ਼ੁਰੂ ਨਹੀਂ ਹੋਈ। ਹਮੇਸ਼ਾ ਹੀ 2-4 ਦਿਨ ਲੇਟ ਕਰਕੇ ਪ੍ਰਾਈਵੇਟ ਪਲੇਅਰ ਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਝੋਨੇ ਦੀ ਜਿਹੜੀ ਖਰੀਦ ਦੇ ਨਾਂ 'ਤੇ ਕਿਸਾਨ ਨੂੰ ਲੁੱਟੇ। ਇਸ ਵਾਰ ਜਿਹੜੀ ਉਹ ਸਿੱਧੇ ਜਿਹੜਾ ਬਿਨਾਂ ਕੋਈ ਅਗਾਊਂ ਨੋਟਿਸ ਦਿੱਤੇ ਇੱਕਦਮ ਖਰੀਦ ਜਿਹੜੀ ਉਹ 1 ਤਰੀਕ ਨੂੰ ਰੱਦ ਕਰ ਦਿੱਤੀ ਗਈ ਹੈ ਔਰ 11 ਤਰੀਕ ਤੇ ਪਾ ਦਿੱਤੀ ਗਈ ਹੈ। ਬਹਾਨਾ ਬਣਾਇਆ ਗਿਆ ਆ ਕਿ ਮੌਸਮ ਦੇ ਵਿੱਚ ਨਮੀ ਜ਼ਿਆਦਾ ਆ। ਅਸੀਂ ਸਮਝਦੇ ਹਾਂ ਕਿ 10 ਦਿਨਾਂ ਦੇ ਵਿੱਚ ਜਿਹੜਾ ਆ ਉਹ ਝੋਨਾ ਅੱਧੇ ਤੋਂ ਜ਼ਿਆਦਾ ਨਿਕਲ ਜਾਣਾ ਆ। ਉਹ ਪ੍ਰਾਈਵੇਟ ਪਲੇਅਰ ਨੇ ਜਿਹੜਾ 400-500 ਪਰ ਕੁਇੰਟਲ ਜਿਹੜਾ ਆ ਉਹ ਰਗੜਾ ਲਾ ਕੇ ਕਿਸਾਨ ਨੂੰ ਜਿਹੜਾ ਉਹ ਵੇਚਣਾ ਆ। ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਕਿ ਝੋਨੇ ਦੀ ਖਰੀਦ ਜਿਹੜੀ ਉਹ ਫੌਰੀ ਤੌਰ ਤੇ ਸ਼ੁਰੂ ਕੀਤੀ ਜਾਵੇ। ਜੇ ਮੌਸਮ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੈ ਤਾਂ ਕਿਸਾਨ ਨੂੰ ਥੋੜੀ ਰਿਲੈਕਸੇਸ਼ਨ ਦਿੱਤੀ ਜਾਵੇ। ਮੌਸਮ ਦੇ ਵਿੱਚ ਕਿਸਾਨ ਦਾ ਕੋਈ ਦੋਸ਼ ਨਹੀਂਗਾ। ਅੱਜ ਇੱਕ ਪੰਜਾਬ ਦੇ ਜੋ ਨਵੇਂ ਡਿਪਟੀ ਸੀਐਮ, ਇੱਕ ਡਿਪਟੀ ਸੀਐਮ ਜਿਨ੍ਹਾਂ ਦੇ ਘਰ ਦੇ ਤੁਸੀਂ ਬਾਹਰ ਮੌਜੂਦ ਆ, ਦੂਸਰੇ ਡਿਪਟੀ ਸੀਐਮ ਉਹ ਵੀ ਮਾਝੇ ਦੇ ਨਾਲ ਸੰਬੰਧ ਰੱਖਦੇ ਨੇ, ਉਹਨਾਂ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਬਾਹਰਲੇ ਸੂਬਿਆਂ ਤੋਂ ਕਿਸੇ ਵੀ ਸ਼ਰਤ ਤੇ ਝੋਨਾ ਜਿਹੜਾ ਉਹ ਨਹੀਂ ਵੇਚਿਆ ਵੇਚਣ ਦੀ ਜਿਹੜੀ ਇਜਾਜ਼ਤ ਦਿੱਤੀ ਜਾਊਗੀ। ਵੇਖੋ ਜੀ, ਕੇਂਦਰ ਸਰਕਾਰ ਵੱਲੋਂ ਜਿਹੜਾ ਇੱਕ ਲਿਮਟ ਲਾਈ ਗਈ ਆ ਕਿ 171 ਲੱਖ ਟਨ ਤੋਂ ਵੱਧ ਝੋਨਾ ਜਿਹੜਾ ਉਹ ਨਹੀਂ ਖਰੀਦਿਆ ਜਾਊਗਾ ਪੰਜਾਬ 'ਚੋਂ। ਉਹਨੂੰ ਦੇਖਦੇ ਹੋਏ ਪੰਜਾਬ ਵਿੱਚੋਂ ਇਸ ਵਾਰ ਜਿਹੜੀ 2 ਲੱਖ ਟਨ ਝੋਨਾ ਹੋਣ ਦੀ ਜਿਹੜੀ ਉਹ ਉਮੀਦ ਆ। ਕੇਂਦਰ ਦੀ ਸਰਕਾਰ ਕਹਿ ਰਹੀ ਹੈ ਕਿ ਪਰ ਏਕੜ 23 ਕੁਇੰਟਲ ਝੋਨਾ ਵਿੱਚ ਖਰੀਦਣਾ ਆ, ਬਾਕੀ ਜਿਹੜਾ ਝੋਨਾ ਉਹ ਨਹੀਂ ਖਰੀਦਣਾ, ਜਦੋਂ ਕਿ ਪੈਦਾਵਾਰ ਜਿਹੜੀ ਆ ਪਰ ਏਕੜ 30 ਤੋਂ 35 ਕੁਇੰਟਲ ਦੇ ਵਿੱਚ ਹੁੰਦੀ ਆ। ਬਾਕੀ 7-8 ਕੁਇੰਟਲ ਝੋਨਾ ਕਿਸਾਨ ਕਿੱਥੇ ਲੈ ਕੇ ਜਾਊਗਾ, ਇਹਦਾ ਕੋਈ ਜਵਾਬ ਨਹੀਂ ਹੈਗਾ ਉਹਨਾਂ ਕੋਲ। ਧਰਨਾ ਇੱਥੇ ਸ਼ੁਰੂ ਹੋਇਆ, ਇਹ ਕਦੋਂ ਤੱਕ ਜਾਰੀ ਰਹੇਗਾ? ਕੀ ਅਣਮਿੱਥੇ ਸਮੇਂ ਦੇ ਲਈ ਤੁਸੀਂ ਇੱਥੇ ਬੈਠੋਗੇ ਜਾਂ ਕੁਝ ਦੇਰ ਬਾਅਦ ਇੱਥੋਂ ਤੁਸੀਂ ਵਾਪਸ? ਬਿਲਕੁਲ ਜੀ, ਇਹ ਜੋ ਸੰਯੁਕਤ ਕਿਸਾਨ ਮੋਰਚੇ ਦਾ ਐਲਾਨ ਆ ਕਿ ਇਹ ਜਿੰਨਾ ਚਿਰ ਸਰਕਾਰੀ ਖਰੀਦ ਸ਼ੁਰੂ ਨਹੀਂ ਹੁੰਦੀ ਉਹਨਾਂ ਚਿਰ ਇਹ ਧਰਨਾ ਜਾਰੀ ਰਹੂਗਾ। ਇਹ ਉੱਪਰੋਂ ਫੈਸਲਾ ਆਇਆ ਹੈ, ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੈ, ਅਸੀਂ ਉਹਨੂੰ ਬਿਲਕੁਲ ਲਾਗੂ ਕਰਾਂਗੇ ਔਰ ਜਿੰਨਾ ਚਿਰ ਸਰਕਾਰੀ ਖਰੀਦ ਸ਼ੁਰੂ ਨਹੀਂ ਹੁੰਦੀ ਉਹਨਾਂ ਚਿਰ ਲਾਗੂ ਜਿਹੜਾ ਉਹ ਜਾਰੀ। ਪੁੱਤਰਜੀਤ, ਜਿਸ ਤਰੀਕੇ ਦੇ ਨਾਲ ਇੱਕ ਵਾਰ ਫਿਰ ਤਸਵੀਰਾਂ ਦੇ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਅੰਮ੍ਰਿਤਸਰ ਦੇ ਵਿੱਚ ਰਾਣੀ ਕਾ ਬਾਗ ਇਲਾਕਾ, ਜਿੱਥੇ ਕਿ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਦੀ ਜਿਹੜੀ ਨਿੱਜੀ ਰਿਹਾਇਸ਼ ਹੈ, ਤਾਂ ਉੱਥੇ ਇਸ ਵੇਲੇ ਕਿਸਾਨ ਪਹੁੰਚੇ ਨੇ। ਹਾਲਾਂਕਿ ਇੱਕਦਮ ਜੋ ਅਸੀਂ ਕਹਿ ਸਕਦੇ ਹਾਂ ਕਿ ਐਲਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਗਿਆ ਸੀ ਰਾਤ ਵੇਲੇ, ਤਾਂ ਕਿਸਾਨ ਜੋ ਨੇ ਉਹ ਇਕੱਤਰ ਬਿਲਕੁਲ ਰਾਜੀਵ, ਤਾਂ ਤਸਵੀਰਾਂ ਤੁਸੀਂ ਦਿਖਾਉਂਦੇ ਰਹੋ, ਤਸਵੀਰਾਂ ਦਿਖਾਉਂਦੇ ਰਹੋ ਕਿਸ ਤਰੀਕੇ ਦੇ ਉਸ ਵੇਲੇ ਇੱਥੇ ਹਾਲਾਤ ਬਣੇ ਹੋਏ ਨੇ। ਤਾਂ ਥੋੜੀ ਦੇਰ ਫਿਰ ਤੁਹਾਡੇ ਕੋਲ ਸਿੱਧਾ ਚੱਲਦੇ ਹਾਂ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਦੇ ਕੋਲ, ਜਿਹੜੇ ਕਿ ਖਰੜ ਤੋਂ ਸਿੱਧੇ ਜੁੜ ਰਹੇ ਨੇ। ਉਮੇਸ਼, ਤਾਂ ਜਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਨੇ ਔਰ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਚੱਲ ਰਿਹਾ, ਤਾਂ ਖਰੜ ਦੇ ਵਿੱਚ ਕਿਸ ਤਰੀਕੇ ਦਾ ਨਜ਼ਾਰਾ, ਖਰੜ ਦੇ ਵਿੱਚ ਕਿੰਨਾ ਕੁ ਇਕੱਠਾ, ਤਸਵੀਰਾਂ ਰਾਹੀਂ ਜਾਣਨਾ ਚਾਹੁੰਦੇ। ਦੇਖੋ, ਖਰੜ ਸੀਐਮ ਚਰਨਜੀਤ ਸਿੰਘ ਚੰਨੀ ਦੀ ਨਿੱਜੀ ਰਿਹਾਇਸ਼ ਹੈ ਤੇ ਉਸ ਤੋਂ ਪਹਿਲਾਂ ਹੀ ਹਾਲਾਂਕਿ ਪੁਲਿਸ ਨੇ, ਕਿਉਂਕਿ ਹਰ ਗਲੀ ਮੁਹੱਲੇ ਦੀ ਬੈਰੀਕੇਡਿੰਗ ਕੀਤੀ ਹੋਈ ਹੈ ਤੇ ਝੋਨੇ ਦੀ ਜਿਹੜੀ ਖਰੀਦ ਨੂੰ ਡਿਲੇ ਹੋਇਆ ਹੈ ਉਹਦੇ ਵਿੱਚ ਦੇਰੀ ਹੋਈ ਹੈ, ਉਹਨੂੰ ਲੈ ਕੇ ਕਿਸਾਨ ਪੰਜਾਬ ਹਰਿਆਣਾ ਦੇ ਵੱਖ-ਵੱਖ ਜਗ੍ਹਾ ਤੇ ਪ੍ਰਦਰਸ਼ਨ ਕਰ ਰਹੇ ਨੇ ਔਰ ਇਸੇ ਪ੍ਰਦਰਸ਼ਨ ਦਾ ਹਿੱਸਾ ਹੁਣ ਖਰੜ ਹੈ। ਚਰਨਜੀਤ ਸਿੰਘ ਚੰਨੀ ਸੀਐਮ ਨੇ ਪੰਜਾਬ ਦੇ, ਲੇਕਿਨ ਖਰੜ ਉਹਨਾਂ ਦੀ ਨਿੱਜੀ ਰਿਹਾਇਸ਼ ਹੈ। ਜੇ ਪਹਿਲਾਂ ਪੁਲਿਸ ਦੇ ਬੰਦੋਬਸਤ ਦਿਖਾਈਏ, ਟ੍ਰਿਪਲ ਲੇਅਰ ਬੈਰੀਕੇਡਿੰਗ ਪੁਲਿਸ ਨੇ ਕੀਤੀ ਹੋਈ ਹੈ। ਹਰੇਕ ਗਲੀ ਵਿੱਚ ਇੱਦਾਂ ਹੀ ਪੁਲਿਸ ਦੀ ਬੈਰੀਕੇਡਿੰਗ ਤੁਹਾਨੂੰ ਨਜ਼ਰ ਆਏਗੀ ਔਰ ਮੰਗ ਪੱਤਰ ਦਿੱਤਾ ਕਿਸਾਨਾਂ ਨੇ ਇੱਥੇ ਐਸਡੀਐਮ ਨੂੰ, ਜਿਹੜਾ ਪ੍ਰੋਟੋਕੋਲ ਵੀ ਹੁੰਦਾ ਹੈ। ਹਾਲਾਂਕਿ ਕਿਸਾਨ ਇਹ ਕਹਿ ਰਹੇ ਸੀਗੇ ਸ਼ਾਇਦ ਕਿ ਚਰਨਜੀਤ ਸਿੰਘ ਚੰਨੀ ਦੇ ਫੈਮਿਲੀ ਤੋਂ ਕੋਈ ਇੱਥੇ ਨਹੀਂ ਸੀਗਾ, ਇਹ ਵੀ ਰੋਸ ਦੀ ਗੱਲ ਹੈ ਕਿਸਾਨਾਂ ਦਾ ਕਹਿਣਾ, ਲੇਕਿਨ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਤੇ ਹਲੇ ਵੀ ਕਿਸਾਨ ਇੱਥੇ ਮੌਜੂਦ ਨੇ। ਝੋਨੇ ਦੀ ਜਿਹੜੀ ਖਰੀਦ ਵਿੱਚ ਦੇਰੀ ਹੈ ਉਹਨੂੰ ਲੈ ਕੇ ਇਹ ਧਰਨੇ ਪ੍ਰਦਰਸ਼ਨ, ਤੁਸੀਂ ਜਿੱਦਾਂ ਹੁਣੇ ਡਿਪਟੀ ਸੀਐਮ ਓਪੀ ਸੋਨੀ ਦੇ ਘਰ ਤੋਂ ਬਾਹਰ ਦੀਆਂ ਤਸਵੀਰਾਂ ਦੇਖੀਆਂ, ਕਰਨਾਲ ਦੀ ਆਪਾਂ ਤਸਵੀਰਾਂ ਦੇਖੀਆਂ, ਹੁਣੇ ਇਹ ਤਸਵੀਰਾਂ ਚਰਨਜੀਤ ਸਿੰਘ ਚੰਨੀ ਜਿਹੜੇ ਸੀਐਮ ਨੇ ਪੰਜਾਬ ਦੇ, ਉਹਨਾਂ ਦੇ ਰਿਹਾਇਸ਼ ਨੂੰ ਜਿਹੜੇ ਰਸਤੇ ਜਾਂਦੇ ਨੇ ਉਹਨਾਂ ਦੇ ਵਿੱਚ ਇੱਕ ਰਸਤੇ ਦੀ ਤਸਵੀਰ ਹੈ ਔਰ ਕਿਸਾਨ ਹਲੇ ਵੀ ਇੱਥੇ ਆਗੂ ਮੌਜੂਦ ਨੇ, ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਝੋਨੇ ਦੀ ਜਿਹੜੀ ਖਰੀਦ ਵਿੱਚ ਦੇਰੀ ਹੋ ਰਹੀ ਹੈ ਉਸ ਨੂੰ ਲੈ ਕੇ ਇਹ ਬੀਜੇਪੀ ਸਰਕਾਰ ਹੋਏ ਚਾਹੇ ਕਾਂਗਰਸ ਸਰਕਾਰ ਹੋਏ, ਅਸੀਂ ਧਰਨਾ ਉਹਨਾਂ ਦੇ ਖਿਲਾਫ ਹੈ, ਉਹਨਾਂ ਦੇ ਅਗੇਂਸਟ ਹੈ। ਗੱਲ ਵੀ ਕਰਾਂਗੇ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸਾਨ
ਕਈ ਲੀਡਰ ਨੇ ਸਾਡੇ ਨਾਲ ਵੀ ਜੁੜ ਚੁੱਕੇ ਨਿਊਜ਼ 18 ਪੰਜਾਬ ਤੇ। ਮੰਗ ਪੱਤਰ ਤੁਸੀਂ ਦੇਤਾ ਜੀ, ਇਹ ਕੱਲ ਮੋਦੀ ਨੂੰ ਮਿਲ ਕੇ ਆਏ ਨੇ ਚੰਨੀ, ਸੀਐਮ ਚੰਨੀ, ਕੀ ਲੱਗਦਾ ਕਿ ਕਦੋਂ ਤੱਕ ਉਮੀਦ ਹੋ ਜਾਏਗੀ? ਦੇਖੋ ਮੰਗ ਪੱਤਰ ਤਾਂ ਸਾਨੂੰ ਦੇਣਾ ਹੀ ਨਹੀਂ ਸੀ ਬਣਦਾ, ਇੱਕ ਰਸਮੀ ਤੌਰ ਤੇ ਦੇ ਦਿੱਤਾ, ਕਿਉਂਕਿ ਜਦੋਂ ਸੀਐਮ ਪੀਐਮ ਨੂੰ ਮਿਲਿਆ ਆ, ਇਹ ਕਾਹਦੇ ਵਾਸਤੇ ਗਿਆ ਕਿ ਝੋਨੇ ਦੀ ਖਰੀਦ ਸ਼ੁਰੂ ਕਰੋ, 2 ਮੰਗਾਂ ਸਾਡੀਆਂ, ਇਹਨੂੰ ਪਤਾ ਹੈ। ਪਰ ਪੰਜਾਬ ਸਰਕਾਰ ਜਿੰਨਾ ਦੋਸ਼ੀ ਹੈਗਾ ਨਾ ਕੇਂਦਰ ਸਰਕਾਰ ਆ, ਓਨੀ ਉਹ ਦੋਸ਼ੀ ਹੈ। ਕਿਉਂਕਿ ਮੈਂ ਅੱਜੇ ਦੇਖਿਆ ਫਾਈਲਾਂ ਕੱਢੀਆਂ, 1997 ਦਾ ਸਮਝੌਤਾ ਇੱਕ ਕਿ ਪੰਜਾਬ ਸਰਕਾਰ ਦੀਆਂ ਖੀਰ ਏਜੰਸੀਆਂ ਮਾਰਕਫੈਡ ਪੰਸ਼ਪ ਵਗੈਰਾ ਛੱਤਾਂ ਇਹ ਖਰੀਦ ਉਹਨਾਂ ਤੋਂ ਅੱਜ ਸ਼ੁਰੂ ਕਰਾ ਸਕਦੀ ਹੈ ਪੰਜਾਬ ਸਰਕਾਰ। ਤੇ ਜਿੱਦਣ ਪੈਸੇ ਦੀ ਐਡਜਸਟਮੈਂਟ ਹੈ, ਉਹ ਜਿੱਦਣ ਉਹਨਾਂ ਦੀ ਤਰੀਕ ਹੋਊ, ਫੈਸਲਾ ਹੋਊ 2 ਦਿਨ ਨੂੰ 1 ਦਿਨ ਨੂੰ, ਉਦੋਂ ਹੋ ਸਕਦੀ ਹੈ। ਪਰ ਕਿਉਂਕਿ ਪੰਜਾਬ ਸਰਕਾਰ ਨੇ ਆਪਣੇ ਤੌਰ ਤੇ ਮੰਡੀਆਂ 'ਚ ਕੋਈ ਪ੍ਰਬੰਧ ਹੀ ਨਹੀਂ ਕੀਤਾ, ਨਾ ਬਾਰਦਾਨਾ ਪੂਰਾ, ਨਾ ਖਰੀਦ ਏਜੰਸੀਆਂ ਨੂੰ ਸੈਲਰ ਅਲਾਟ ਹੋਏ ਹੈ, ਨਾ ਇਹਨਾਂ ਦਾ ਲਿਫਟਿੰਗ ਦਾ ਅਜੇ ਕੋਈ ਠੇਕਾ ਹੋਇਆ। ਇਹ ਆਪਣੀ ਜਾਨ ਬਚਾਉਣ ਵਾਸਤੇ ਸਾਰਾ ਹੀ ਦੋਸ਼ ਕੇਂਦਰ ਸਰਕਾਰ ਪਰ ਮੜ ਰਹੇ ਹੈ। ਪਰ ਹੈਗੀਆਂ ਦੋਸ਼ੀ ਜਿੰਨਾ ਕੇਂਦਰ ਹੈ ਉਨਾ ਹੀ ਪੰਜਾਬ ਹੈ। ਇਹ ਪੰਜਾਬ ਦੀ ਆਰਥਿਕਤਾ ਨੂੰ ਡਾਵਾਡੋਲ ਕਰਨ ਵਾਸਤੇ, ਕਿਉਂਕਿ ਪੰਜਾਬ ਔਰ ਹਰਿਆਣਾ 2 ਸਟੇਟਾਂ ਜਿਨ੍ਹਾਂ ਨੇ ਇੰਡੀਆ ਸਰਕਾਰ ਨੂੰ ਅੱਜ ਤੱਕ ਵਕਤ ਪਾਇਆ ਹੈ, ਇਹ ਉਹਨਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਵਾਸਤੇ ਝੋਨੇ ਦੀ ਫਸਲ ਪੰਜਾਬ 'ਚ 190 ਲੱਖ ਮੀਟ੍ਰਿਕ ਟਨ ਦੇ ਲਗਭਗ ਪੈਦਾ ਹੁੰਦੀ ਹੈ। ਰੋਕਾਂਗੇ। ਇੱਕ ਇਹਨਾਂ ਨੇ ਸਵਾਲ ਜਿਹੜਾ ਚੁੱਕਿਆ ਕਿ ਜਿੰਨੀ ਕੇਂਦਰ ਸਰਕਾਰ ਨੂੰ ਦੋਸ਼ੀ ਉਨੀ ਪੰਜਾਬ ਸਰਕਾਰ ਦੋਸ਼ੀ ਹੈ ਕਿ ਪ੍ਰਬੰਧ ਨਹੀਂ ਕੀਤੇ, ਫਾਈਲਾਂ ਦੀ ਗੱਲ ਦੱਸ ਰਹੀ ਹੈ। ਇੱਕ ਵਾਰ ਹੋਰ ਤੁਹਾਨੂੰ ਮੈਂ ਤਸਵੀਰਾਂ ਪਹਿਲਾਂ ਦਿਖਾ ਦਾਂ, ਇੱਥੇ ਪੁਲਿਸ ਦੀ ਬੈਰੀਕੇਡਿੰਗ ਦਾ ਕਿਸਾਨ ਅਤੇ ਮੌਜੂਦ ਨੇ। ਮੰਗ ਪੱਤਰ ਨਹੀਂ ਦੇਣਾ ਸੀ ਪਰ ਦਿੱਤਾ ਗਿਆ ਹੈ ਪ੍ਰੋਟੋਕਾਲ ਦੇ ਤਹਿਤ। ਡਿਮਾਂਡ ਇਹੀ ਹੈ ਕਿ ਝੋਨੇ ਦੀ ਜਿਹੜੀ ਖਰੀਦ ਵਿੱਚ ਦੇਰੀ ਹੈ ਉਹਨੂੰ ਸ਼ੁਰੂ ਕੀਤਾ ਜਾਵੇ, ਤੇ ਪੰਜਾਬ ਸਰਕਾਰ ਤੇ ਵੀ ਵੱਡੇ ਆਰੋਪ ਲਗਾਏ ਨੇ ਕਿ ਕਰ ਸਕਦੀ ਸੀ ਸ਼ੁਰੂ, ਪੈਸੇ ਦੀ ਜਿਹੜੀ ਐਡਜਸਟਮੈਂਟ ਉਹ ਬਾਅਦ 'ਚ ਵੀ ਹੋ ਸਕਦੀ ਹੈ, ਪ੍ਰਬੰਧ ਪੁਖਤਾ ਨਹੀਂ ਸੀਗੇ, ਇੱਕ ਦੂਜੇ ਦੇ ਦੋਸ਼ਾਰੋਪਣ ਦਾ ਜਿਹੜਾ ਸੀ ਉਹ ਚੱਲ ਰਿਹਾ। ਲੇਕਿਨ ਕਹਾਣੀ ਇਹੀ ਹੈ ਕਿ ਜਿਹੜੀ ਡਿਮਾਂਡ ਹੈ, ਮੰਗ ਮੇਨ ਹੈ ਕਿ ਝੋਨੇ ਦੀ ਖਰੀਦ ਵਿੱਚ ਦੇਰੀ, ਉਹਨੂੰ ਲੈ ਕੇ ਕਿਸਾਨ ਤੇ ਫਰਕ ਪੈ ਰਿਹਾ, ਉਹ ਇਹਨਾਂ ਦੀ ਮੇਨ ਹੈ ਕਿ ਸ਼ੁਰੂ ਕੀਤੀ ਜਾਵੇ ਜਿੰਨੀ ਛੇਤੀ ਹੋ ਸਕੇ। ਮੰਗ ਪੱਤਰ ਇਹਨਾਂ ਨੇ ਦਿੱਤਾ ਹੈ। ਪੁਲਿਸ ਦੀ ਬੈਰੀਕੇਡਿੰਗ, ਪੁਲਿਸ ਦੇ ਪ੍ਰਬੰਧ ਤੁਹਾਨੂੰ ਅਸੀਂ ਦਿਖਾਏ ਆ, ਤੁਸੀਂ ਕੈਮਰੇ ਦੇ ਰਾਹੀਂ ਹੋਣੇ ਚਾਹੇ ਡਿਪਟੀ ਸੀਐਮ ਓਪੀ ਸੋਨੀ ਦੇ ਘਰ ਦੀ ਤਸਵੀਰਾਂ ਅਸੀਂ ਦਿਖਾਈਆਂ, ਕਰਨਾਲ ਜਿਹੜੇ ਸੀਐਮ ਹਾਊਸ ਨੇ ਖੱਟਰ, ਉਹਨਾਂ ਦੇ ਘਰ ਦੀ ਤਸਵੀਰਾਂ ਤੁਹਾਨੂੰ ਬਾਹਰ ਦਿਖਾਈਆਂ। ਹੁਣ ਅਸੀਂ ਚਰਨਜੀਤ ਸਿੰਘ ਚੰਨੀ ਸੀਐਮ ਪੰਜਾਬ, ਉਹਨਾਂ ਦੀ ਨਿੱਜੀ ਰਿਹਾਇਸ਼ ਹੈ ਖਰੜ, ਹਰੇਕ ਹਾਲਾਂਕਿ ਗਲੀ ਮੁਹੱਲਾ ਜਿਹੜਾ ਉਹਨਾਂ ਦੀ ਰਿਹਾਇਸ਼ ਨੂੰ ਜਾਂਦਾ, ਉੱਥੇ ਬੈਰੀਕੇਡਿੰਗ ਪੁਲਿਸ ਨੇ ਪੁਖਤਾ ਕੀਤੀ ਹੋਈ ਹੈ। ਤੇ ਵੱਖ-ਵੱਖ ਤਸਵੀਰਾਂ ਤੁਹਾਨੂੰ ਪੰਜਾਬ ਹਰਿਆਣੇ ਦੀ ਅਸੀਂ ਦਿਖਾਈਆਂ। ਇੱਕ ਹੋਰ ਤਸਵੀਰ ਦਾ ਪਹਿਲੂ ਇਹ ਵੀ ਹੈ ਕਿ ਕੇਂਦਰ ਸਰਕਾਰ ਦੇ ਨਾਲ ਕਿਸਾਨ ਹੁਣ ਪੰਜਾਬ ਸਰਕਾਰ ਤੇ ਵੀ ਉਹਨਾਂ ਨੇ ਵੱਡਾ ਇੱਕ ਆਰੋਪ ਲਗਾਇਆ ਕਿ ਪੁਖਤਾ ਪ੍ਰਬੰਧ ਨਹੀਂ ਸੀਗੇ, ਖਰੀਦ ਸ਼ੁਰੂ ਕਰਾ ਸਕਦੇ ਸੀਗੇ। ਓਵਰ ਟੂ ਯੂ ਪੁੱਲਰ। ਬਿਲਕੁਲ, ਤਾਂ ਕਿਸਾਨ ਇਲਜ਼ਾਮ ਲਗਾ ਰਹੇ ਨੇ ਕਿ ਜਿੰਨੀ ਕੇਂਦਰ ਸਰਕਾਰ ਜ਼ਿੰਮੇਵਾਰ ਆ ਉਨੀ ਹੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹੈ। ਔਰ ਸਿੱਧੇ ਤੌਰ ਦੇ ਉੱਪਰ ਗੁੱਸਾ ਦੇਖਣ ਨੂੰ ਮਿਲਿਆ। ਫਿਲਹਾਲ ਦੇ ਲਈ ਤੁਸੀਂ ਲਗਾਤਾਰ ਬਣੇ ਰਹੋ। ਉਮੇਸ਼ ਤੇ ਰਾਜੀਵ ਸਾਡੇ ਸਹਿਯੋਗੀ ਜੁੜੇ ਹੋਏ ਨੇ ਅੰਮ੍ਰਿਤਸਰ ਤੋਂ। ਤਾਂ ਕਿਸਾਨਾਂ ਦੇ ਵਿੱਚ ਖਾਸ ਤੌਰ ਦੇ ਉੱਪਰ ਗੁੱਸਾ ਦੇਖਣ ਨੂੰ ਮਿਲ ਰਿਹਾ, ਕਿਉਂਕਿ ਇੱਕ ਪਾਸੇ ਤਾਂ ਅਸਮਾਨ ਦੇ ਵਿੱਚ ਜਿਹੜੇ ਨੇ ਉਹ ਬੱਦਲ, ਕਈ ਥਾਵਾਂ ਤੇ ਮੀਂਹ ਵੀ, ਬਰਸਾਤ ਵੀ ਹੋਈ ਹੈ, ਤਾਂ ਅਜਿਹੇ ਦੇ ਵਿੱਚ ਮੰਡੀਆਂ ਦੇ ਵਿੱਚ ਫਸਲ ਰੋੜੀ ਆ, ਦੂਸਰੇ ਪਾਸੇ ਪੱਕੀ ਹੋਈ ਫਸਲ ਨੂੰ ਕਿਸਾਨ ਲੈ ਕੇ ਕਿੱਥੇ ਜਾਣ, ਤੇ ਵੀ ਵੱਡਾ ਸਵਾਲ ਹੈ। ਔਰ ਅਜਿਹੇ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਗਈ 10 ਦਿਨ ਦੀ ਦੇਰੀ ਨੂੰ ਲੈ ਕੇ ਅੱਜ ਰੋਸ ਮੁਜ਼ਾਹਰਾ ਕਰ ਰਹੇ ਨੇ ਕਿਸਾਨ, ਖਾਸ ਤੌਰ ਦੇ ਉੱਪਰ ਪੰਜਾਬ ਤੇ ਹਰਿਆਣਾ ਦੇ ਵਿੱਚ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਖ-ਵੱਖ ਸਟੇਟ ਦੀਆਂ। ਪਹਿਲੀ ਤਸਵੀਰ ਤੁਹਾਨੂੰ ਦਿਖਾ ਰਹੇ ਸੀ ਕਰਨਾਲ, ਜਿੱਥੇ ਕਿ ਹਰਿਆਣਾ ਦੇ ਮੁੱਖ ਮੰਤਰੀ ਸੀਐਮ ਖੱਟਰ ਦੇ ਘਰ ਦਾ ਘਿਰਾਓ ਕਰਨ ਪਹੁੰਚੇ ਸੀ। ਤਾਂ ਵਿਚਕਾਰ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਹਰਿਆਣਾ ਦੀ। ਸੱਜੇ ਪਾਸੇ ਤਸਵੀਰ ਜਿਹੜੀ ਹੈ ਉਹ ਖਰੜ ਦੀ ਹੈ, ਕਿਉਂਕਿ ਖਰੜ ਦੇ ਵਿੱਚ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਦੀ ਜਿਹੜੀ ਨਿੱਜੀ ਰਿਹਾਇਸ਼ ਹੈ ਉਸ ਦਾ ਘਿਰਾਓ ਕਰਨ ਵੀ ਕਿਸਾਨ ਪਹੁੰਚੇ ਸੀ। ਔਰ ਕਿਸਾਨ ਕਹਿ ਰਹੇ ਸੀ ਕਿ ਜਾਣ ਬੁੱਝ ਕੇ ਜਿਹੜੇ ਕਿਸਾਨ ਇਲਜ਼ਾਮ ਲਗਾ ਰਹੇ ਨੇ ਕਿ ਜਿਹੜੀ ਇਹ ਡਿਲੇ ਕੀਤਾ ਜਾ ਰਿਹਾ, ਕਿਤੇ ਨਾ ਕਿਤੇ ਕਿਸਾਨੀ ਨੂੰ ਜਿਹੜਾ ਉਹ ਕੇਂਦਰ ਸਰਕਾਰ ਦੇ ਵੱਲੋਂ ਵੱਟਾ ਲਾਉਣ ਦੀ, ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਹ ਜਿਹਾ ਨਹੀਂ ਹੋਣ ਦੇਣਗੇ। ਉਹ ਇਸ ਦਾ ਡਟ ਕੇ ਵਿਰੋਧ ਕਰਨਗੇ। ਉਹਨਾਂ ਨੇ ਕਿਹਾ ਕਿ ਜਦ ਤੱਕ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੂੰ ਸਹੀ ਤਰੀਕੇ ਦੇ ਨਾਲ ਕੇਂਦਰ ਨਹੀਂ ਮੰਨ ਲੈਂਦਾ, ਇਹ ਰੋਸ ਮੁਜ਼ਾਹਰੇ ਇਸ ਤਰੀਕੇ ਦੇ ਨਾਲ ਜਾਰੀ ਰਹਿਣਗੇ। ਪਰ ਦੂਸਰੇ ਪਾਸੇ ਇਸ ਪੂਰੇ ਰੋਸ ਪ੍ਰਦਰਸ਼ਨ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਜਦੋਂ ਅੱਜ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਪਰ ਐਮਐਲਏ ਦੀ, ਇੱਕ ਪੰਜਾਬ ਕਾਂਗਰਸ ਦੇ ਜਿੰਨੇ ਵੀ ਲੀਡਰ ਨੇ, ਆਗੂ ਨੇ, ਉਹਨਾਂ ਦੀਆਂ ਰਿਹਾਇਸ਼ਾਂ ਦਾ ਘਿਰਾਓ ਕੀਤਾ ਜਾ ਰਿਹਾ। ਔਰ ਕਿਤੇ ਨਾ ਕਿਤੇ ਕਿਸਾਨ ਆਗੂ ਇਲਜ਼ਾਮ ਲਗਾ ਰਹੇ ਨੇ ਕਿ ਅਸੀਂ ਉਹਨਾਂ ਨੂੰ ਆਪਣੀਆਂ ਵੋਟਾਂ ਪਾ ਕੇ ਨੁਮਾਇੰਦੇ ਚੁਣਿਆ ਸੀ, ਤਾਂ ਕਿਤੇ ਨਾ ਕਿਤੇ ਜਵਾਬਦੇਹੀ ਕਾਂਗਰਸ, ਪੰਜਾਬ ਕਾਂਗਰਸ ਦੇ ਵਿਧਾਇਕਾਂ ਦੀ, ਪੰਜਾਬ ਕਾਂਗਰਸ ਦੇ ਲੀਡਰਾਂ ਦੀ ਔਰ ਮੁੱਖ ਮੰਤਰੀ ਪੰਜਾਬ ਦੀ ਬਣਦੀ ਹੈ। ਕਿਉਂਕਿ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਡਿਲੇ ਕੀਤਾ ਜਾ ਰਿਹਾ, ਤਾਂ ਕਿਤੇ ਨਾ ਕਿਤੇ ਸੂਬਾ ਸਰਕਾਰ ਦਾ ਫਰਜ਼ ਬਣਦਾ ਕਿ ਉਹ
ਤੈਅ ਸਮੇਂ ਦੇ ਉੱਪਰ ਜਿਹੜੀ ਆ ਖਰੀਦ ਸ਼ੁਰੂ ਕਰੇ, ਕਿਉਂਕਿ ਕਿਸਾਨਾਂ ਨੂੰ ਇਸ ਦੇ ਵਿੱਚ ਬਹੁਤ ਦਿੱਕਤ ਆ ਰਹੀ ਨੇ, ਜਿਸ ਦੇ ਵਿੱਚ ਸਭ ਤੋਂ ਵੱਡਾ ਰੋੜਾ ਬਣਿਆ ਹੋਇਆ ਜਿਹੜਾ ਮੌਸਮ ਹੈ, ਕਿਉਂਕਿ ਮੌਸਮ ਜਿਹੜੀ ਬੇਮੌਸਮੀ ਬਰਸਾਤ ਹੋ ਰਹੀ ਆ ਉਸ ਦਾ ਸਿੱਧਾ ਅਸਰ ਫਸਲ ਦੇ ਉੱਪਰ ਆ, ਫਸਲ ਦੇ ਨੁਕਸਾਨ ਦੇ ਉੱਪਰ ਆ। ਤਾਂ ਅਜਿਹੇ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਟੈਨਸ਼ਨ ਆ, ਜਿਹੜੀ ਚਿੰਤਾ ਕਿਸਾਨਾਂ ਦੀ, ਉਹ ਹੋਰ ਵੀ ਜ਼ਿਆਦਾ ਵਧੇਰੇ ਵੱਧਦੀ ਹੋਈ ਨਜ਼ਰ ਆ ਰਹੀ ਹੈ। ਤਾਂ ਤਿੰਨ ਵੱਖ-ਵੱਖ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਪਹਿਲੀ ਤਸਵੀਰ ਕਰਨਾਲ ਦੀ, ਜਿੱਥੇ ਕਿ ਹਰਿਆਣਾ ਦੇ ਸੀਐਮ ਦੀ ਰਿਹਾਇਸ਼ ਦਾ ਘਿਰਾਓ ਕਰਨ ਪਹੁੰਚੇ ਸੀ ਕਿਸਾਨਾਂ ਵੱਲੋਂ ਬੈਰੀਕੇਡ ਤੋੜ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ, ਪਰ ਲਾਠੀ ਚਾਰਜ ਕਿਸੇ ਵੀ ਤਰੀਕੇ ਦਾ ਕੋਈ ਵੀ ਨਹੀਂ ਕੀਤਾ ਗਿਆ। ਵਿਚਕਾਰ ਤਸਵੀਰ ਤੁਹਾਨੂੰ ਖਰੜ ਤੋਂ ਦਿਖਾ ਰਹੇ ਹਾਂ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਨਿੱਜੀ ਰਿਹਾਇਸ਼ ਦੇ ਘਰ ਦੇ ਕੋਲ ਦੀ ਤਸਵੀਰ ਹੈ, ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਬਲ ਤੈਨਾਤ ਕੀਤਾ ਗਿਆ। ਕਿਸਾਨ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਹੋਏ ਨੇ। ਸ਼ਾਂਤਮਈ ਢੰਗ ਦੇ ਨਾਲ ਇਹ ਰੋਸ ਮੁਜ਼ਾਹਰਾ ਚੱਲ ਰਿਹਾ। ਸੱਜੇ ਪਾਸੇ ਤਸਵੀਰ ਅੰਮ੍ਰਿਤਸਰ ਦੀ, ਜਿੱਥੇ ਕਿ ਓਪੀ ਸੋਨੀ ਦੇ ਘਰ ਦੇ ਬਾਹਰ ਜਿਹੜੀ ਹੈ ਉਹ ਡਟੇ ਹੋਏ ਨੇ ਕਿਸਾਨ।